ਪੰਜਾਬ ਲਈ ਮੈਂ ਦਵਿੰਦਰ ਕੌਰ। ਆਪਾਂ ਗੱਲ ਕਰਦੇ ਹਾਂ ਕਿਸਾਨ ਸੰਘਰਸ਼ ਦੀ। ਕਿਸਾਨ ਸੰਘਰਸ਼ ਉਸੇ ਤਰ੍ਹਾਂ ਮਗਿਆ ਹੋਇਆ ਹੈ। ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨ ਅਤੇ ਹੋਰ ਵਰਗਾਂ ਦੇ ਲੋਕ ਪੁੱਜ ਰਹੇ ਹਨ। ਹਾਲੇ ਕੱਲ ਹੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਵੱਡੀ ਗਿਣਤੀ ਕਿਸਾਨਾਂ ਨੂੰ ਕੁਝ ਰਾਸ਼ੀ ਵੰਡੀ ਹੈ, ਪਰ ਨਾਲ ਹੀ ਕੁਝ ਕਹਿੰਦੇ ਨੇ ਯੂਪੀ ਦੇ ਕਿਸਾਨਾਂ ਨੂੰ ਨਾਲ ਦੀ ਨਾਲ 10,000 ਰੁਪਈਆ ਜਮ੍ਹਾਂ ਕਰਾਉਣ ਦੇ ਨੋਟਿਸ ਵੀ ਆਏ ਨੇ ਤੇ ਉਹਨਾਂ ਨੂੰ ਆਖਿਆ ਗਿਆ ਕਿ ਜਿਹੜੇ ਕਿਸਾਨ ਟੈਕਸ ਭਰਦੇ ਨੇ ਉਹੀ ਇਹ ਰਾਸ਼ੀ ਲੈਣ ਦੇ ਹੱਕਦਾਰ ਨੇ। ਸੋ ਉਹਨਾਂ ਨੂੰ ਮਿਲੇ ਘੱਟ ਪੈਸੇ ਤੇ ਨੋਟਿਸ ਉਹਨਾਂ ਨੂੰ ਵੱਧ ਪੈਸਿਆਂ ਦੇ ਆ ਗਏ ਅਦਾਲਤਾਂ ਵੱਲੋਂ। ਸੋ ਆਪਾਂ ਇਸ ਸਾਰੇ ਤੇ ਬਾਰੇ ਗੱਲਬਾਤ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸ਼ੀਓਲੋਜੀ ਵਿਭਾਗ ਤੋਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨਾਲ। ਮਨਜੀਤ ਸਿੰਘ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪੈਸੇ ਵੀ ਵੰਡੇ, ਪਰ ਨਾਲ ਦੀ ਨਾਲ ਕਿਸਾਨਾਂ ਤੋਂ ਵਾਪਸੀ ਦੇ ਵੀ ਨੋਟਿਸ ਆ ਗਏ ਨੇ, ਤੇ ਜਿਸ ਤਰ੍ਹਾਂ ਉਹ ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਤੋਰ ਰਹੇ ਨੇ ਤੇ ਦੂਜੇ ਪਾਸੇ ਇਹਨਾਂ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾ ਰਹੇ ਨੇ, ਵਰਚੁਅਲ ਮੀਟਿੰਗਾਂ ਕਰ ਰਹੇ ਨੇ ਕਿਸਾਨਾਂ ਨਾਲ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਦੋ ਤਿੰਨ ਗੱਲਾਂ ਉਹਨਾਂ ਨੇ ਕੱਲ ਕਹੀਆਂ ਆ। ਇੱਕ ਤੇ ਇਹ ਸੀਗੇ ਕਿ ਕੱਲ ਜਨਮ ਦਿਨ ਸੀਗਾ ਅਟਲ ਬਿਹਾਰੀ ਵਾਜਪਾਈ ਦਾ, ਉਹਨਾਂ ਨੂੰ ਵਧਾਈਆਂ ਦੇਣੀਆਂ ਸੀ। ਪਰ ਦੂਸਰਾ ਉਹਨਾਂ ਨੂੰ ਨਾ ਆਪਣੀ ਮਹਿਮਾ ਕਰਨ ਦਾ ਬਹੁਤ ਹੈਗਾ ਕਿ ਮੇਰੇ ਨਾਲੋਂ ਵੱਡਾ ਹੀਰੋ ਕੋਈ ਹੋਰ ਹੈ ਨਹੀਂ, ਤੇ ਉਹ ਆਪਣੇ ਮਹਿਮਾ ਦੇ ਸੀ ਕਿ ਮੈਂ ਇਹ ਕਰਤਾ, ਮੈਂ ਆਹ ਕਰਤਾ। ਹੁਣ ਉਸੇ ਮਹਿਮਾ ਦੇ ਵਿੱਚ ਹੀ ਉਹਨਾਂ ਨੇ ਦੱਸਿਆ ਕਿ ਮੈਂ 18,000 ਕਰੋੜ ਰੁਪਈਆ 9 ਕਰੋੜ ਲੋਕਾਂ ਨੂੰ ਜਿਹੜਾ ਵੰਡ ਰਿਹਾ ਆ, 2-2 ਹਜ਼ਾਰ ਰੁਪਈਆ। ਦੇਖੋ, ਇੱਕ ਅੱਜ ਦੀ ਮਹਿੰਗਾਈ ਦੇ ਵਿੱਚ ਤੁਸੀਂ 2,000 ਰੁਪਈਆ 4 ਮਹੀਨਿਆਂ ਬਾਅਦ ਦੇਣਾ, ਉਹ ਬਾਕੀ ਦੇ ਕੀ ਪੱਥਰ ਖਾਣਗੇ? ਉਹ ਇਹ ਮਤਲਬ ਇਹਨਾਂ ਸਾਡੇ ਵੱਡੇ ਲੋਕਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਜਾਂਦੇ ਆ, ਇਹ ਵੀ ਚਾਹ ਵੇਚਦੇ ਰਹੇ। ਇਹਨਾਂ ਨੂੰ ਪਤਾ ਹੀ ਆ ਕਿ ਕਿੰਨਾ ਔਖਾ ਜਿਹੜਾ ਪੇਟ ਪਲਦਾ ਹੈਗਾ। ਤੇ ਅੱਜ ਦੇ ਜਿੱਥੇ ਹੁਣ 50-60 ਰੁਪਏ ਟਮਾਟਰ ਆ, 50 ਰੁਪਏ ਆਲੂ ਆ, 70 ਰੁਪਏ ਕਿਲੋ ਪਿਆਜ਼ ਆ, ਉਹਦੇ 'ਚ 4 ਮਹੀਨਿਆਂ 'ਚ ਇੱਕ ਕਿਸਾਨ ਦੇ ਪਰਿਵਾਰ ਨੂੰ 2,000 ਰੁਪਇਆ ਦੇ ਕੇ ਭੀਖ ਮੰਗੇ ਬਣਾਉਣ ਵੱਲ ਜਾ ਰਿਹਾ। ਤੁਸੀਂ ਉਹਨਾਂ ਨੂੰ ਇੱਜ਼ਤ ਮਾਣ ਦਾ, ਸਵੈ ਮਾਣ ਦਾ ਜੀਵਨ ਦਿਓ। ਉਹਨਾਂ ਕੋਲ ਜੇ ਜ਼ਮੀਨ ਨਹੀਂ ਤੇ ਤੁਸੀਂ ਜੇ ਪੈਸੇ ਦੇਣੇ ਤੇ ਹਰ ਮਹੀਨੇ ਘੱਟੋ ਘੱਟ 5-6 ਹਜ਼ਾਰ ਰੁਪਈਆ ਹਰ ਮਹੀਨੇ ਦਿਓ, ਤਾਂ ਕਿ ਮਾੜਾ ਮੋਟਾ ਕਿਧਰੋਂ ਦਿਹਾੜੀ ਪੱਤਾ ਕਰਕੇ ਉਹ ਆਪਣਾ ਪੇਟ ਚਲਾ ਸਕਣ। ਉਹ ਨਹੀਂ ਕਰਦੇ। ਉਹ ਤੇ ਮਹਿਮਾ ਕਰਨੀ ਆ ਕਿ ਉਹ 5 ਰੁਪਏ ਦੇ ਕੇ ਵੀ ਕਰ ਸਕਦੇ ਆ, 500 ਰੁਪਇਆ ਵੀ, ਕਿ ਦੇਖੋ ਇਹੋ ਜਿਹਾ ਪ੍ਰਧਾਨ ਮੰਤਰੀ ਤੁਹਾਨੂੰ ਕਦੀ ਨਹੀਂ ਮਿਲਣਾ। 18 ਕਹਿ ਰਹੇ ਮੈਂ ਪਿਛਲੀ ਸਰਕਾਰਾਂ ਨੇ ਬਹੁਤ ਘੱਟ ਪੈਸੇ ਵੰਡੇ, ਮੈਂ ਬਹੁਤ ਪੈਸੇ ਵੰਡ ਰਿਹਾ। ਪੈਸੇ ਤੁਹਾਡੇ ਤੋਂ ਲੋਕ ਨਹੀਂ ਮੰਗਦੇ। ਲੋਕ ਆਪਣੀਆਂ ਚੀਜ਼ਾਂ ਦਾ ਭਾਅ ਮੰਗਦੇ ਆ, ਲੋਕ ਰੁਜ਼ਗਾਰ ਮੰਗਦੇ ਆ, ਲੋਕ ਚੰਗੀ ਸਿਹਤ ਸੇਵਾਵਾਂ ਮੰਗਦੇ। ਜਦੋਂ ਸਿਹਤ ਸੇਵਾਵਾਂ ਦੀਆਂ ਮੈਂ ਬੀਮਾ ਕਰਾਤਾ, ਬੀਮਾ ਮੋਏ ਇੱਥੇ ਕੋਈ ਪੁੱਛਦੇ ਆ? ਜਾ ਕੇ ਪੁੱਛੋ ਤਾਂ ਕਿੰਨਿਆਂ ਨੂੰ ਫਾਇਦਾ ਕੀ ਹੋਇਆ। ਬੀਮਾ ਤੇ ਕੰਪਨੀਆਂ ਨੂੰ ਪੈਸਾ ਕਰ ਰਹੇ, ਸਰਕਾਰੀ ਪੈਸਾ ਤੁਸੀਂ ਆਪਣੇ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀਆਂ ਤੁਹਾਡੇ ਨਾਲ ਅੱਖ ਮਟੱਕਾ ਹੋਊਗਾ ਉਹਨਾਂ ਨੂੰ ਦੇ ਰਹੇ ਆ ਤੁਸੀਂ। ਇਸ ਕਰਕੇ ਜਿਹੜੇ ਮੈਨੂੰ ਬੜਾ ਅਫਸੋਸ ਹੁੰਦਾ। ਮੈਂ 52 ਮਿੰਟ ਦਾ ਉਹਨਾਂ ਦਾ ਭਾਸ਼ਣ ਹੈ, 2.5 ਮਿੰਟ ਭੂਮਿਕਾ ਬੱਧੀ ਕਿਸੇ ਨੇ ਹੋਰ ਨੇ, ਤੇ ਟੋਟਲ 54 ਮਿੰਟ ਦੀ ਉਹ ਵੀਡੀਓ ਮੇਰੇ ਕੋਲ ਆਈ ਸੀ। ਉਹਦੇ 'ਚ ਮੈਨੂੰ ਲੱਗਦਾ ਕਿ ਜਿੰਨਾ ਮੈਂ ਧਿਆਨ ਨਾਲ, ਜੇ ਤੁਸੀਂ ਐਨਾਲਿਸਿਸ ਕਰੋ, ਤੁਸੀਂ ਵੀ ਉਹ ਦੇਖਿਓ ਜ਼ਰੂਰ, ਕਿ ਜਿੰਨੇ ਕ੍ਰਾਫਟੀ ਢੰਗ ਨਾਲ ਸਾਡੇ ਪ੍ਰਧਾਨ ਮੰਤਰੀ ਜੀ ਨੇ ਝੂਠ ਬੋਲਣਾ ਸਿੱਖ ਲਿਆ, ਗੁਬਾਰੇ ਬੜੇ ਬੜੇ ਫੈਲਾਉ ਕੇ ਛੱਡਣੇ ਸਿੱਖ ਲਏ ਆ, ਉਹ ਦੇਸ਼ ਦੇ ਹੱਕ 'ਚ ਨਹੀਂ ਹੈਗਾ। ਇੱਕ ਐਡੀ ਵੱਡੀ ਪੋਸਟ ਦੇ ਉੱਤੇ ਬੰਦਾ ਆਪਣੀ ਹੀ ਪ੍ਰੇਜ਼ ਲਈ ਇੰਨਾ ਟਾਈਮ ਲਾਏ, ਔਰ ਅੱਜ ਵੀ ਬਹੁਤਾ ਟਾਈਮ ਉਹਨਾਂ ਨੇ ਇਸ ਗੱਲ ਤੇ ਲਾਇਆ ਦੱਸਣ ਲਈ ਕਿ ਜਿਹੜੇ ਮੈਂ ਕਾਨੂੰਨ ਬਣਾਇਆ, ਇਹ ਵੀ ਮੈਂ ਜਾਨੀ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਵਾਏ ਆ। ਇਹਦੇ ਨਾਲੋਂ ਵੱਡਾ ਉਪਹਾਰ ਤੇ ਪਰਉਪਕਾਰ ਕੋਈ ਹੋ ਹੀ ਨਹੀਂ ਸਕਦਾ। ਇਹ ਮੂਰਖ ਆ ਕਿਸਾਨ। ਔਰ ਕਹਿੰਦੇ ਆ ਕਿ ਦੇਖੋ ਜੀ, ਇਹਨਾਂ ਨੂੰ ਤਾਂ ਭੜਕਾ ਰਹੇ। ਅੱਜ ਵੀ ਇਸ ਗੱਲ ਦਾ ਰੱਟ ਲਿਆ, ਡੇ 1 4 ਮਹੀਨੇ ਹੋ ਗਏ ਸਮਝਣ। ਇਹਦੇ ਵਿੱਚ ਦਵੀ ਜੀ ਤੁਸੀਂ ਇਹ ਦੇਖੋ ਕਿ ਕਿਸਾਨਾਂ ਦੀ ਇਹ ਤਾਰੀਫ ਕਰ ਰਿਹਾ ਕਿ ਉਹਨਾਂ ਨੂੰ ਕੀ ਕਹਿੰਦੇ? ਕਿਸਾਨਾਂ ਨੂੰ ਇਹ ਵਿਚਾਰੇ ਆ, ਇਹ ਭੋਲੇ ਭਾਲੇ ਆ, ਕਿਰਤੀ ਲੋਕ ਤੇ ਵਿਚਾਰੇ ਨਹੀਂ ਹੁੰਦੇ। ਹਾਂ, ਇਹੀ ਕਹਿ ਰਹੇ ਆ ਨਾ, ਉਹਦੇ ਭੋਲੇ ਭਾਲੇ ਆ, ਤੇ ਉਹਨਾਂ ਦੇ ਚੱਕਰਾਂ 'ਚ ਫਸ ਗਏ ਆ ਪੋਲੀਟੀਕਲ ਪਰਸਨ ਦੇ ਜਿਹੜੇ ਦੂਸਰੇ ਆ। ਹੁਣ ਪਹਿਲਾਂ ਉਹਨਾਂ ਨੇ ਕਾਂਗਰਸ ਤੇ ਵੱਢਿਆ ਸੀਗਾ, ਫਿਰ ਹੁਣ ਕਹਿ ਰਹੇ ਆ ਕਿ ਜਿਹੜੇ ਲੈਫਟ ਵਾਮਪੰਥੀ ਆ ਉਹ ਉਹਨਾਂ ਦੇ ਵਿੱਚ ਵੜ ਗਏ ਆ, ਤੇ ਉਹ ਉਹਨਾਂ ਨੂੰ ਕਿਸੇ ਤਣ ਪੱਤਣ ਨਹੀਂ ਲੱਗਣ ਦਿੰਦੇ, ਕੋਈ ਸਾਡਾ ਫੈਸਲਾ ਨਹੀਂ ਹੋਣ ਦਿੰਦੇ। ਜਿਹੜਾ ਜਮੂਦ ਹੁਣ ਕਿਸਾਨਾਂ ਤੇ ਸਰਕਾਰ ਵਿਚਾਲੇ ਆ, ਉਹਦੇ ਕਰਕੇ ਆ। ਇਹ ਸਾਰੀਆਂ ਗੱਲਾਂ ਉਹਨਾਂ ਨੇ ਕੇਰਲਾ ਦੀ ਐਗਜ਼ਾਮਪਲ ਦੇ ਦਿੱਤੀ, ਜਿੱਥੇ ਉਹ ਕਮਿਊਨਿਸਟ CPM ਦਾ ਉੱਥੇ ਚੀਫ ਮਿਨਿਸਟਰ ਹੈਗਾ ਪਿਨਰਾ। ਉਹਨਾਂ ਨੂੰ ਕਹਿ ਦਿੱਤਾ ਕਿ ਦੇਖੋ ਜੀ, ਉਹਨਾਂ ਨੂੰ APMC ਉਹਨਾਂ ਕੋਲ ਨਹੀਂ, ਤੁਸੀਂ ਛੋਟੇ ਤੁਹਾਡੇ ਚੀਫ ਮਿਨਿਸਟਰ ਆ, ਤੁਸੀਂ ਛੋਟੇ ਇੰਨੇ ਕਿਉਂ ਆਪਣੇ ਆਪ ਨੂੰ ਕਰਦੇ ਆ? ਇੱਕ ਕਿਸਾਨ ਨੂੰ ਲੈਣ ਦਾ ਉੱਥੇ ਆਨਲਾਈਨ ਦੇਖੋ ਜੀ, ਇਹ ਹੁਣ ਪ੍ਰਾਈਵੇਟ ਲੋਕਾਂ ਨੂੰ ਕੰਟਰੈਕਟ ਫਾਰਮਿੰਗ ਕਰਦਾ, ਕਿੱਡਾ ਖੁਸ਼ ਆ। ਉਹਨੂੰ ਕਿਹਾ, ਉਹਦੇ ਮੂੰਹ ਚੋਂ ਨਹੀਂ ਨਿਕਲਿਆ ਤੁਸੀਂ ਖੁਸ਼ ਆ ਨਾ? ਉਹ ਕਹਿੰਦਾ ਜੀ ਹਾਂ ਖੁਸ਼ ਆ, ਹੋਰ ਕੀ ਕਹੂੰ, ਮੈਂ ਕੁਝ ਨਹੀਂ ਹੈਗਾ। ਤੇ ਇਸ ਕਰਕੇ ਇਹ ਜਿਹੜੇ ਇਹੋ ਜਿਹੇ ਮਦਾਰੀ ਪੁਣਾ
ਜਿਹੜਾ ਕਰਨਾ ਔਰ ਆਪਣੇ ਜਾਣੀ ਮਹਿਮਾ ਦੇ ਪੁਲ ਬੰਨਣੇ ਕਿ ਮੇਰੇ ਨਾਲੋਂ ਵੱਡਾ ਹੋਰ ਤੁਹਾਨੂੰ ਦੇਸ਼ ਦੇ ਅੰਦਰ ਕੋਈ ਪ੍ਰਧਾਨ ਮੰਤਰੀ ਨਹੀਂ ਮਿਲ ਸਕਦਾ, ਇਸ ਕਰਕੇ ਮੇਰੇ ਹੀ ਮੋਦੀ ਮੋਦੀ ਕਰੀ ਚੱਲੋ। ਉਹੋ ਹੀ ਉਹਨਾਂ ਦਾ ਲੈਕਚਰ ਸੀ। ਕਿਸਾਨਾਂ ਨੂੰ ਇਹ ਕਹਿ ਕੇ ਉਹਨਾਂ ਨੇ ਪਿੱਛਾ ਛਡਾਇਆ ਕਿ ਜੇ ਤੁਸੀਂ ਉਹਨਾਂ ਦੇ ਆ ਹੀ ਗਏ, ਚੁੰਗਲ 'ਚ ਫਸ ਗਏ ਆ ਲੀਡਰਾਂ ਦੇ, ਰਾਜਨੀਤਿਕ ਲੋਕਾਂ ਦੇ, ਖਾਸ ਕਰਕੇ ਵਾਮਪੰਥੀਆਂ ਦੇ, ਤੇ ਮੈਂ ਫਿਰ ਵੀ ਗੱਲ ਕਰਨ ਲਈ ਤਿਆਰ ਹਾਂ। ਮੈਂ ਦੇਖੋ ਕਿੱਡਾ ਫਰਾਕ ਦਿਲ ਹੈਗਾ। ਉਹ ਜਿਹੜੇ ਭਾਸ਼ਣ ਚੋਂ ਪੈਸੇ ਦੇ ਜਿਹੜੇ 2-2 ਹਜ਼ਾਰ ਵੰਡੇ, ਉਹਨਾਂ ਨੇ ਵੰਡੇ ਹੀ ਨਾਲ ਉਹਦਾ ਜਿਵੇਂ ਐਵੇਂ ਕਿ ਬਹੁਤ ਪਰਉਪਕਾਰ ਕੀਤਾ ਨਾ। ਇਹ ਨਹੀਂ ਹੈ। ਮੋਦੀ ਜੀ ਨੂੰ ਸਾਡਾ ਤੇ ਹਿਸਾਬ ਸਾਫ ਹੈ ਕਿ ਮੋਦੀ ਜੀ ਤੁਸੀਂ ਤੇ ਇੱਕ ਚਾਹ ਵੇਚਦੇ ਆਏ ਆ, ਤੁਸੀਂ ਗਰੀਬ ਦਾ ਦਰਦ ਕਿਉਂ ਨਹੀਂ ਸਮਝਦੇ? ਤੁਸੀਂ ਕਿਸਾਨ ਦਾ ਦਰਦ ਕਿਉਂ ਨਹੀਂ ਸਮਝਦੇ? ਜੇ ਤੁਹਾਨੂੰ ਇੰਨੇ ਚਿਰ ਚ ਚੀਫ ਮਿਨਿਸਟਰ ਰਹਿ ਕੇ 10-12 ਸਾਲ ਚੀਫ ਮਿਨਿਸਟਰ ਰਹੇ ਆ, ਹੁਣ 6.5 ਸਾਲ ਪ੍ਰਧਾਨ ਮੰਤਰੀ ਹੋ ਗਏ, ਸੱਤਾ 'ਚ ਰਹਿ ਕੇ ਤੁਸੀਂ ਆਪਣਾ ਹੀ ਪਿਛੋਕੜ ਭੁੱਲ ਗਏ ਆ ਜਿੱਥੋਂ ਤੁਸੀਂ ਚੱਲੇ ਸੀ, ਤੇ ਦੁਬਾਰਾ ਉੱਥੇ ਤੁਸੀਂ ਸਿੰਘੂ ਬਾਰਡਰ ਤੇ ਆ ਜਾਓ, ਆ ਕੇ ਉਹਨਾਂ ਦੇ ਵਿੱਚ ਰਹੋ। ਕਿਵੇਂ ਲੋਕ ਰਹਿੰਦੇ, ਤੁਹਾਨੂੰ ਦੁਬਾਰਾ ਆਪਣਾ ਸਾਰਾ ਪਾਸਟ ਚੇਤੇ ਆ ਜਾਊਗਾ, ਔਰ ਤੁਸੀਂ ਫਿਰ ਜਾ ਕੇ ਜੋ ਕੰਮ ਕਰੋਗੇ ਉਹ ਇਹੋ ਜਿਹੇ ਪੁੱਠੇ ਕੰਮ ਕਾਰਪੋਰੇਟਾਂ ਲਈ ਨਹੀਂ ਕਰੋਗੇ, ਔਰ ਉਹਨਾਂ ਲਈ ਕਰਕੇ ਤੁਸੀਂ ਦੱਸ ਰਹੇ ਆ ਕਿ ਮੈਂ ਕਿਸਾਨਾਂ ਲਈ ਕੰਮ ਕੀਤੇ। ਇਹਦੇ ਨਾਲੋਂ ਵੱਡਾ ਝੂਠ ਤੇ ਧੋਖਾ ਇੱਕ ਪ੍ਰਧਾਨ ਮੰਤਰੀ ਆਪਣੇ ਕਿਸਾਨਾਂ ਨਾਲ, ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਆ, ਇਹ ਕੋਈ ਕਰੇ ਤਾਂ ਕਿਹਨੂੰ ਬਰਦਾਸ਼ਤ ਹੋਊਗਾ? ਐਡੀ ਵੱਡੀ ਗਿਣਤੀ 'ਚ ਲੋਕ ਬੈਠੇ ਆ। ਕੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੰਮ ਆ ਕਿ ਫਿਰ ਵੀ ਝੂਠ ਬੋਲੀ ਜਾਵੇ ਸਾਰੇ ਦੇਸ਼ ਦੇ ਵਿੱਚ? ਕੀ ਉਹ ਇੱਕ ਸਿਆਸੀ ਧਿਰ ਵਜੋਂ ਵੱਧ, ਪਰ ਮੁਲਕ ਦੇ ਪ੍ਰਧਾਨ ਮੰਤਰੀ, ਮੁਲਕ ਦਾ ਪ੍ਰਧਾਨ ਮੰਤਰੀ ਤਾਂ ਸਾਰੇ ਲੋਕਾਂ ਦਾ, ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਉਹਨਾਂ ਦੇ ਤਾਂ ਹੈ ਹੀ ਹੈ ਨੇ, ਤੇ ਜਿਹੜੇ ਮੁਲਕ ਦਾ ਬਾਕੀ ਦਾ ਆਵਾਮ ਹੈ ਉਹਨਾਂ ਦੇ ਵੀ ਉਹ ਪ੍ਰਧਾਨ ਮੰਤਰੀ ਨੇ। ਉਹ ਪ੍ਰਧਾਨ ਮੰਤਰੀ ਵਜੋਂ ਘੱਟ ਤੇ ਸਿਆਸੀ ਇੱਕ ਸਿਆਸੀ ਧਿਰ ਵਾਂਗੂ ਵਿਚਰ ਰਹੇ ਨੇ। ਬਹੁਤ ਤਕੜੀ ਗੱਲ ਕਹੀ ਹੈ। ਮੈਨੂੰ ਇਹ ਲੱਗਦਾ ਕਿ ਅਜੇ ਤੱਕ ਸਾਡੇ ਪ੍ਰਧਾਨ ਮੰਤਰੀ ਨੂੰ ਇਹ ਭਰੋਸਾ ਨਹੀਂ ਹੋਇਆ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਆ। ਉਹ ਇਸ ਕਰਕੇ ਜਦੋਂ ਵੀ ਜਿਸ ਟੋਨ 'ਚ ਗੱਲ ਕਰਦੇ ਆ, ਜਿਸ ਵਿਰੋਧੀ ਪਾਰਟੀਆਂ ਤੇ ਜਿਵੇਂ ਹਮਲਾ ਕਰਕੇ ਗੱਲ ਕਰਦੇ ਆ, ਤੇ ਉਹ ਇੰਜ ਲੱਗਦਾ ਜਿਵੇਂ ਇਲੈਕਸ਼ਨ ਕੈਂਪੇਨ ਦੀ ਰੈਲੀ 'ਚ ਹੋਵੇ। ਹੁਣ ਮੈਂ ਕੱਲ ਦੇਖਿਆ ਉਹਨਾਂ ਦਾ ਚਿਹਰਾ ਤੇ ਉਤਰਿਆ ਹੋਇਆ ਸੀ, ਲੱਗਦੇ ਤੇ ਥੋੜੇ ਜਿਹੇ ਉਹ ਜਿਵੇਂ ਕਹਿੰਦੇ ਮੈਂ ਸੰਨਿਆਸੀ ਹਾਂ, ਮੈਂ ਫਕੀਰ ਹੈਗਾ। ਪਰ ਫਕੀਰਾਂ ਵਾਲੇ ਕੰਮ ਕਰੋ। ਤੁਸੀਂ ਫਕੀਰ ਬਣ ਕੇ ਤੁਸੀਂ ਫਕੀਰਾਂ ਨੂੰ ਵੀ ਬਦਨਾਮ ਕਰੀ ਜਾਂਦੇ। ਇੱਕ ਉਹ ਜੋਗੀ ਹੈ, ਉਹਨਾਂ ਦਾ ਵੀ ਬੈਕਗਰਾਉਂਡ ਦਾ ਸਾਰਿਆਂ ਦਾ ਪਤਾ, ਕਿਵੇਂ ਕ੍ਰਿਮੀਨਲ ਕੇਸ ਉੱਥੇ ਹੈਗੇ ਉਹਨਾਂ ਦੇ। ਉਹ ਉਹਨਾਂ ਯੋਗੀਆਂ ਨੂੰ ਬਦਨਾਮ ਕਰੀ ਜਾਂਦੇ ਆ, ਫਕੀਰਾਂ ਨੂੰ ਬਦਨਾਮ ਕਰੀ ਜਾਂਦੇ ਆ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ ਕਿ ਸਾਨੂੰ ਇਹੋ ਜਿਹੇ ਲੀਡਰ ਮਿਲੇ। ਸਾਡੀ ਤੇ ਇਹ ਹੈ ਕਿ ਦੇਖੋ, ਸਾਨੂੰ ਸਾਡੇ ਲਈ ABC ਕੋਈ ਵੀ ਹੋਵੇ, ਰਾਜਕਾਰਨੀ ਪ੍ਰਧਾਨ ਮੰਤਰੀ ਤੇ ਚਾਹੀਦੇ, ਪਰ ਜੇ ਸੁਧਰ ਜਾਣ ਆਪਣੇ, ਉਹਨਾਂ ਦੀ ਝੋਲੀ 'ਚ ਜਿਹੜੇ ਪੈ ਗਏ ਆ ਕਾਰਪੋਰੇਟਾਂ ਤੋਂ, ਉੱਥੋਂ ਬਾਹਰ ਆ ਕੇ ਲੋਕਾਂ ਦੇ ਲੜ ਲੱਗ ਜਾਣ, ਲੋਕ ਇਹਨਾਂ ਦੀ ਫਿਰ ਬੱਲੇ ਬੱਲੇ ਕਰਨਗੇ। ਪਰ ਅੱਜ ਦੀ ਦਿਹਾੜੀ ਦੇ ਵਿੱਚ ਬਿਲਕੁਲ ਇਹ ਵਿਰੋਧੀ ਪਾਰਟੀਆਂ ਤੇ ਐਉਂ ਲਗਾਤਾਰ ਹਮਲਾ ਰੱਖਦੇ ਆ, ਜਾਂ ਤੇ ਆਪਣੀ ਮਾਨਸਿਕ ਇਨਸਿਕਿਉਰਿਟੀ ਆ ਉਹਨਾਂ ਨੂੰ ਕਿ ਪਤਾ ਨਹੀਂ ਹੁਣ ਮੈਨੂੰ ਬਾਕੀ ਦਿਆਂ ਦਾ ਕੀ ਬਣੂ, ਮੇਰੇ ਤੇ ਹਮਲਾ ਨਾ ਕਰੋ, ਉਦੋਂ ਪਹਿਲਾਂ ਹੀ ਉਹਨਾਂ ਤੇ ਹਮਲਾ ਕਰ ਦੋ। ਪਰ ਉਹ ਪ੍ਰਧਾਨ ਮੰਤਰੀਆਂ ਵਾਲੀ ਗੱਲ ਕੋਈ ਨਹੀਂ ਉਹਨਾਂ ਦੀ। ਪ੍ਰਧਾਨ ਮੰਤਰੀ ਸਮੁੱਚੇ ਦੇਸ਼ ਦਾ ਹੁੰਦਾ, ਕੱਲੇ ਕੱਲੇ ਬੱਚੇ ਦਾ ਹੁੰਦਾ, ਵਿਰੋਧੀ ਪਾਰਟੀਆਂ ਦਾ ਵੀ ਪ੍ਰਧਾਨ ਮੰਤਰੀ ਹੁੰਦਾ। ਪਰ ਤੁਸੀਂ ਲਗਾਤਾਰ ਉਹਨਾਂ ਤੇ ਹਮਲਾ ਕਰੀ ਜਾਓਗੇ ਤੇ ਕਿਹੜਾ ਤੁਹਾਨੂੰ ਬਹੁਤ ਸਿਆਣਾ ਕਹੂਗਾ? ਇਹ ਕਾਫੀ ਕੰਮ ਉਖੜ ਗਿਆ ਆ, ਔਰ ਕਾਫੀ ਇਹ ਜਿਹੜਾ ਜਮੂਦ ਜਿਹਨੂੰ ਸਟੇਲਮੇਟ ਹੁਣ ਕਿਸਾਨਾਂ ਵਰਸਸ ਮੋਦੀ, ਮੈਂ ਕਹੂੰਗਾ ਈਵਨ BJP ਨਹੀਂ, NDA ਵੀ ਨਹੀਂ, ਮੋਦੀ ਵਰਸਸ ਇਹ ਹੋ ਗਿਆ। ਤੇ ਉਹਨਾਂ ਦਾ ਜਿਹੜਾ ਅਸਿਸਟੈਂਟ ਆ ਅਮਿਤ ਸ਼ਾਹ, ਬਸ ਬਾਕੀ ਤੇ ਉਂਝ ਹੀ ਹੈ। ਇਹ ਜਿਵੇਂ ਜਿਵੇਂ ਲਮਕੂਗਾ ਤਿਵੇਂ ਤਿਵੇਂ ਦੇਸ਼ ਦੇ ਅੰਦਰ ਇੱਕ ਨਾ ਨਵੀਂ ਕਿਸਮ ਦੀ ਸੋਚ ਦੀ, ਰਾਜਨੀਤੀ ਦੀ, ਉਮੀਦ ਦੀ ਰੋਸ਼ਨੀ ਫੈਲੂਗੀ। ਇਹਨਾਂ ਨੂੰ ਕਰਨ ਦਿਓ ਜਿੰਨਾ ਵੀ ਲਮਕਾਉਂਦੇ। ਅਸੀਂ ਤੇ ਕਹਿੰਦੇ ਆ ਨਾ, ਤੁਸੀਂ ਵਾਪਸ ਲੈ ਲਓ, ਬਚ ਜਾਓਗੇ। ਪਰ ਜੇ ਹੋਰ ਵੀ ਰਹਿ ਜੇ, ਲੰਬਾ ਦੇਰ ਰਹਿ ਜੇ, ਮੰਨ ਲਓ ਮਹੀਨਾ 2 ਮਹੀਨੇ 4 ਮਹੀਨੇ ਹੋਰ ਰਹਿ ਜਾਂਦਾ, ਇਹ ਦੇਸ਼ ਲਈ ਕੋਈ ਚੰਗਾ ਹੀ ਕੰਮ ਹੋਊਗਾ। ਕਿਉਂਕਿ ਕਈ ਸਾਰੇ ਜਿਹੜੇ ਵਾਧੂ ਲੱਕੜੀ ਚੌਧਰੀ ਬਣੀ ਫਿਰਦੇ ਆ ਨਾ, ਜਿਹੜੇ 24 ਘੰਟੇ ਗੁੰਡਾਗਰਦੀ ਕਰਦੇ ਸੀਗੇ, ਹਰ ਕਿਸਮ ਦੀ ਲੁੱਟ ਖੋਹ ਤੇ ਕਰਦੇ ਹੀ ਕਰਦੇ ਆ, ਲੋਕਾਂ ਦੀਆਂ ਔਰਤਾਂ ਦੀ, ਧੀਆਂ ਦੀ ਬੇਪਤੀ। ਉਹ ਕਿਹੜੇ UP 'ਚ ਦੇਖਿਆ ਹੀ ਆ ਤੁਸੀਂ, MLA ਤੱਕ ਜਾਣੀ ਵਿੱਚ ਇਨਵੋਲਡ ਸੀਗੇ। ਉਹ ਸਾਰੇ ਜਿਹੜੇ ਸੂਤਰ ਹੋ ਜਾਣਗੇ ਜਦੋਂ ਲੋਕ ਸ਼ਕਤੀ, ਜਨ ਅੰਦੋਲਨ ਬਣ ਜਾਂਦਾ। ਉਹਦੇ ਚੋਂ ਫਿਰ ਪਿਆਰ, ਸਦਭਾਵਨਾ, ਇੱਕ ਦੂਜੇ ਲਈ ਕੁਰਬਾਨੀ, ਇੱਕ ਵਿਸ਼ਵਾਸ, ਇਮਾਨਦਾਰੀ, ਇਹ ਸਾਰੀਆਂ ਚੀਜ਼ਾਂ ਉੱਥੇ ਦੇਖਣ ਨੂੰ ਮਿਲ ਰਹੀਆਂ। ਉਹ ਸ਼ਹਿਰ ਜਿਹੜਾ ਵਸ ਗਿਆ। ਇਸੇ ਕਰਕੇ ਇਹ ਜਾਂ ਤੇ ਭੱਜਣਗੇ, ਆਪੋ ਆਪਣੇ ਘੋਰਨਿਆਂ 'ਚ ਛੱਡ ਜਾਣਗੇ ਸਾਰੀਆਂ ਮਿਨਿਸਟਰੀਆਂ ਜਾਂ MLA, ਜਾਂ ਫਿਰ ਆ ਕੇ ਉਹਨਾਂ ਦੇ ਵਿੱਚ ਬਹਿ ਜਾਣਗੇ, ਉਹਨਾਂ ਦੇ ਨਾਲ ਰਿਸ਼ਤਾ ਪੈਦਾ ਕਰਨਗੇ, ਔਰ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਉਹਨਾਂ ਨੂੰ ਇੱਕ ਮੌਕਾ ਮਿਲਿਆ, ਉਹ ਸੁਧਾਰ ਲੈਣਗੇ। ਨਹੀਂ ਤੇ ਜੋ ਬੀਜ ਦਾ, ਮੈਂ ਤੇ ਬਾਰ-ਬਾਰ ਇਹ ਕਹਿਣਾ, ਉੱਥੇ ਇੱਕ ਯੂਨੀਵਰਸਿਟੀ ਖੁੱਲ ਗਈ ਹੈ, ਕਿਸਾਨ ਮਜ਼ਦੂਰ ਯੂਨੀਵਰਸਿਟੀ, ਇੱਕ ਨਵੀਂ ਐਨਲਾਈਟਨਮੈਂਟ ਫੁੱਟ ਰਹੀ ਹੈ ਇੱਥੇ, ਜਿਹੜੀ ਨਵੀਂ ਰੋਸ਼ਨੀ ਉੱਥੇ ਨਿਕਲ ਰਹੀ ਹੈ। ਉੱਥੋਂ ਸਾਰਿਆਂ ਨੂੰ ਆਪਣੇ ਆਪਣੇ ਕੁਕਰਮ ਦਾ, ਜਿਹੜੇ ਕਰਦੇ ਆ ਅਸੀਂ ਆਮ ਜੀਵਨ ਦੇ ਵਿੱਚ, ਝੂਠ ਬੋਲਦੇ ਆ, ਹੋਰ ਛੋਟੇ ਛੋਟੇ ਲੋਭ ਵਿੱਚ ਆਉਂਦੇ ਆ, ਨਾਲ ਦੇ ਨੂੰ ਠਿੱਬੀ ਮਾਰਦੇ ਆ, ਇਹ ਸਾਰੇ ਕੰਮ ਤੋਂ ਮੁਕਤੀ ਪਾਉਣ ਲਈ ਅਸੀਂ ਅਸਲੀ ਜਿਹੜੀ ਸਾਡੀ ਰੱਬ ਨੇ ਸਾਡੇ ਅੰਦਰ ਆਤਮਾ ਤੇ ਰੂਹ ਬਖਸ਼ੀ ਆ ਸਾਨੂੰ, ਉਸ ਨੂੰ ਉਜਾਗਰ ਕਰਨ ਲਈ, ਦੁਬਾਰਾ ਸਸ਼ਕਤ ਕਰਨ ਲਈ ਇਹ ਬੜਾ ਜ਼ਰੂਰੀ ਆ ਕਿ ਉਸ ਮਾਹੌਲ 'ਚ ਜਾ ਕੇ ਆਉਣ। ਇਸ ਵੇਲੇ ਉਹ ਤੀਰਥ ਸਥਾਨ ਬਣ ਚੁੱਕਾ, ਔਰ ਬਣਨਾ ਵੀ ਚਾਹੀਦਾ। ਮੈਂ
ਹਾਂ ਮੈਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਪੈਸੇ ਵੰਡੇ ਨੇ ਥੋੜੇ ਥੋੜੇ, ਤੇ ਉਹਨਾਂ ਨਾਲ ਉਹਨਾਂ ਦੀ ਛਮਾਹੀ ਜਾਂ 4 ਮਹੀਨੇ ਤਾਂ ਨਹੀਂ ਨਿਕਲ ਸਕਦੇ, ਸੁਭਾਵਿਕ ਹੈ ਜਿਹੜੀ ਮਹਿੰਗਾਈ ਤੁਸੀਂ ਵੀ ਗੱਲ ਕੀਤੀ ਹੈ। ਤੇ ਕੀ ਇਹ ਜਿਹੜੀਆਂ ਫ੍ਰੀ ਬੀਜ਼ ਨੇ ਵੱਖ-ਵੱਖ ਵਰਗਾਂ ਨੂੰ ਦੇਣੀਆਂ, ਇਹ ਸਿਰਫ ਵੋਟ ਰਾਜਨੀਤੀ ਹੁੰਦੀ ਹੈ ਜਾਂ ਇਹਦੇ ਪਿੱਛੇ ਸੱਚਮੁੱਚ ਤੁਹਾਨੂੰ ਮਨਸ਼ਾ ਦਿਸਦੀ ਕੋਈ? ਨਹੀਂ ਨਹੀਂ ਨਹੀਂ, ਕੁਛ ਵੀ ਨਹੀਂ ਹੈ। ਪੈਸੇ ਦੇ ਕੇ ਲੋਕਾਂ ਨੂੰ ਬਰਾਈਬ ਕਰਨਾ ਸਰਕਾਰੀ ਖਜ਼ਾਨੇ ਚੋਂ, ਹੋਰ ਇਹਦਾ ਕੋਈ ਮਤਲਬ ਨਹੀਂ ਹੈ। ਇਹ ਵੋਟਾਂ ਦੇ ਦਿਨਾਂ ਚ ਸਿੱਧਾ ਸਿੱਧਾ ਕਰਦੇ ਜਾਓ। ਜਦੋਂ ਤੁਹਾਡੇ ਆ ਦੇਖ ਲਿਓ ਹੁਣ ਅਮਰਿੰਦਰ ਦੀਆਂ ਵੋਟਾਂ ਆਉਣੀਆਂ, ਅਮਰਿੰਦਰ ਸਾਹਿਬ ਫ੍ਰੀ ਬੀਜ਼ ਜਿਹਨਾਂ ਨੂੰ ਕਹਿੰਦੇ, ਇਹ ਤੇ ਇੱਕ ਨੌਰਮ ਬਣ ਗਿਆ ਨਾ। ਤੇ ਇਹ ਸਾਰਾ ਸਾਲ ਕਰਨਾ ਚਾਹੁੰਦੇ ਤਾਂ ਕਿ ਇਹਨਾਂ ਦੀਆਂ ਵੋਟਾਂ ਪੱਕੀਆਂ ਰਹਿਣ ਤੇ ਪ੍ਰਧਾਨ ਮੰਤਰੀ ਦੀਆਂ ਘੰਟੀਆਂ ਵਜਾ ਵਜਾ ਕੇ ਜਾਨੀ ਪੂਜਾ ਕਰਨ, ਇਹਨਾਂ ਨੂੰ ਐਨ ਦੇਵਤਾ ਸਮਝ ਲੈਣ। ਇਹ ਨਹੀਂ ਹੋਣਾ। ਹੁਣ ਉਹ ਭਾਂਡਾ ਫਟ ਗਿਆ। ਹੁਣ ਤੁਸੀਂ ਜੇ ਦੇਣਾ ਚਾਹੁੰਦੇ ਆ ਕੁਛ, ਉਹਨਾਂ ਨੂੰ ਨੌਕਰੀਆਂ ਦਿਓ, ਚੰਗੀ ਸਿਹਤ ਦਿਓ, ਉਹਨਾਂ ਨੂੰ ਰੁਜ਼ਗਾਰ ਦਿਓ, ਉਹਨਾਂ ਨੂੰ ਚੰਗੀ ਸਿੱਖਿਆ ਦਿਓ, ਔਰ ਉਹਨਾਂ ਦੇ ਅਨਾਜ ਦੀ ਪੂਰੀ ਕੀਮਤ ਦਿਓ, ਔਰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹਨੂੰ ਕਾਨੂੰਨਨ ਕਰਾਰ ਦਿਓ। ਜਿਵੇਂ ਮਿਨੀਮਮ ਵੇਜ ਮਜ਼ਦੂਰਾਂ ਨੂੰ ਮਿਲਦੀ ਆ, ਕਾਨੂੰਨਨ ਅਧਿਕਾਰ ਆ, ਕਿਸਾਨਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਦਾ ਕਾਨੂੰਨਨ ਅਧਿਕਾਰ ਦਿਓ, ਤਾਂ ਕਿ ਜਿਹੜੇ 94% ਨਹੀਂ ਲੈਂਦੇ ਦੇਸ਼ ਦੇ ਅੰਦਰ ਮਿਨੀਮਮ ਸਪੋਰਟ ਪ੍ਰਾਈਸ, ਜਾਂ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਉਹਨਾਂ ਨੂੰ ਵੀ ਮਿਲਣੀ ਸ਼ੁਰੂ ਹੋ ਜਾਏ। ਤੁਹਾਡੀ ਜੈ ਜੈਕਾਰ ਆ। ਲੈ ਤੁਹਾਨੂੰ 10 ਸਾਲ ਨਹੀਂ ਕੋਈ ਪ੍ਰਧਾਨ ਮੰਤਰੀ ਤੋਂ ਹਿਲਾ ਸਕਦਾ। ਕਰਕੇ ਤੇ ਦੇਖੋ, ਇੱਕ ਵਾਰੀ ਲੋਕਾਂ ਦੇ ਹੱਕ 'ਚ ਕੰਮ ਕਰੋ। ਜੇ ਕਾਰਪੋਰੇਟਾਂ ਦੇ 24 ਘੰਟੇ ਤੁਸੀਂ ਗੁਣ ਗਾਇਨ ਕਰੋਗੇ ਤੇ ਫਿਰ ਤੁਹਾਨੂੰ ਲੋਕ ਝੱਲੀ ਦੇ ਭਾਵੇਂ ਜਾਣਗੇ, ਦਿਲੋਂ ਪ੍ਰਧਾਨ ਮੰਤਰੀ ਨਹੀਂ ਬਣਨਗੇ। ਜਿੰਨੇ ਮਰਜ਼ੀ ਤੁਸੀਂ ਨਾਰੇ ਮੋਦੀ ਦੇ ਲਵਾਈ ਜਾਓ, ਫਿਰ ਭਗਤ ਨਹੀਂ ਪੈਦਾ ਹੋਣਗੇ, ਫਿਰ ਤੇ ਬਾਗੀ ਪੈਦਾ ਹੋਣਗੇ। ਜਿਸ ਤਰ੍ਹਾਂ ਇਹ ਅੰਦੋਲਨ ਮਗਿਆ ਹੈ, ਜਿਸ ਤਰ੍ਹਾਂ ਮੋਰਚਾ ਲੱਗਿਆ ਹੋਇਆ ਹੈ ਵੱਖ-ਵੱਖ ਬਾਰਡਰਾਂ ਤੇ ਜਿਸ ਤਰ੍ਹਾਂ ਆਪਣੇ ਸੂਬਿਆਂ ਚੋਂ ਕਿਸਾਨ ਕਿਰਤੀ ਤੁਰੇ ਨੇ ਇਸ ਵੱਲ ਨੂੰ, ਇਸ ਦਿਸ਼ਾ ਵੱਲ ਨੂੰ, ਦਿੱਲੀ ਵੱਲ ਨੂੰ, ਤੇ ਤੁਹਾਨੂੰ ਲੱਗਦਾ ਹੈ ਕਿ ਇਹ ਫ੍ਰੀ ਬੀਜ਼ ਦੀ ਮੰਗ ਛੱਡ ਕੇ ਜਾਂ ਜਿਵੇਂ ਵੀ ਨਿੱਕੀਆਂ ਮੋਟੀਆਂ ਸਹੂਲਤਾਂ ਕਿਸਾਨੀ ਨੂੰ ਦੇਣ ਦੇ ਨਾਂ ਤੇ ਵੋਟ ਤੰਤਰ ਜਿਸ ਤਰ੍ਹਾਂ ਚੱਲਦਾ ਹੈ, ਕੀ ਇਹਦੇ ਵਿੱਚੋਂ ਕੋਈ ਨਵੀਂ ਚੇਤਨਾ ਇਹੋ ਜਿਹੀ ਵੀ ਇਹ ਬਣੇਗੀ, ਪੈਦਾ ਹੋਵੇਗੀ ਤੇ ਲੋਕਾਂ ਦਾ ਨੈਰੇਟਿਵ ਇਸ ਪਾਸੇ ਜਾਵੇਗਾ ਕਿ ਸਾਨੂੰ ਮਰਿਆਦਾ ਪੂਰਨ ਜ਼ਿੰਦਗੀ, ਸਾਨੂੰ ਮਾਣ ਸਤਿਕਾਰ ਵਾਲੀ ਜ਼ਿੰਦਗੀ, ਮਾਣ ਸਤਿਕਾਰ ਵਾਲਾ ਰੁਜ਼ਗਾਰ, ਪਰ ਨਾਲ ਦੀ ਨਾਲ ਮੁਕਤ ਮਤਲਬ ਫ੍ਰੀ ਸਿਹਤ ਅਤੇ ਐਜੂਕੇਸ਼ਨ ਦੀਆਂ ਸਹੂਲਤਾਂ ਚਾਹੀਦੀਆਂ ਨੇ? ਇਹ ਬਿਲਕੁਲ ਉਹ ਹੋ ਚੁੱਕਾ ਹੈ। ਉਹਦੀ ਬੁਨਿਆਦ, ਉਹ ਸ਼ੁਰੂਆਤ ਹੋ ਚੁੱਕੀ ਹੈ। ਅਜੇ ਉਹ ਬੀਜ ਉੱਥੇ ਬੀਜਿਆ ਜਾ ਰਿਹਾ। ਜਦੋਂ ਲੋਕ ਇੱਕ ਇਹੋ ਜਿਹੇ ਆਤਮ ਵਿਸ਼ਵਾਸ ਦਾ, ਪਿਆਰ ਦਾ, ਸਤਿਕਾਰ ਦਾ, ਇਮਾਨਦਾਰੀ ਦਾ ਆਨੰਦ ਮਾਣ ਲੈਣ, ਫਿਰ ਉਹ ਦੁਬਾਰਾ ਨਹੀਂ ਉਸ ਗੰਦਗੀ 'ਚ ਜਾਣਗੇ। ਇੱਥੇ ਦੇਖਿਓ ਸੀ ਇਹ ਫੌਜਾਂ ਜਿਹੜੀਆਂ ਉੱਥੇ ਬੈਠ ਗਈਆਂ ਟਿੱਕਰੀ ਦੇ ਉੱਤੇ ਤੇ ਸਿੰਘੂ ਬਾਰਡਰ ਤੇ, ਜਦੋਂ ਫੌਜਾਂ ਨੇ ਵਾਪਸ ਬਖਤਰਬੰਦ ਗੱਡੀਆਂ ਲੈ ਕੇ ਆਏ, ਆ ਜਿੰਨਾ ਰੇਤਾ ਬਜਰੀ ਵਾਲਾ ਮਾਫੀਆ, ਜਿੰਨਾ ਡਰੱਗ ਮਾਫੀਆ, ਉਹਨਾਂ ਦੇ ਸਾਹ ਸੁੱਕਿਆ ਪਿਆ। ਆ ਹੋ ਕੀ ਗਿਆ? ਇਹੀ ਪੁਲਿਸ ਨੂੰ ਲੋਕ, ਮੈਂ ਨਹੀਂ ਕਹਿੰਦਾ ਕਿ ਕੋਈ ਇਹੋ ਜਿਹੀ ਬਗਾਵਤ ਹੋਵੇ, ਲਾਅ ਐਂਡ ਆਰਡਰ ਰਹਿਣਾ ਚਾਹੀਦਾ, ਮੈਂ ਤੇ ਕਾਨੂੰਨ ਦਾ ਬਹੁਤ ਉਸ ਤਰੀਕੇ ਨਾਲ ਧਾਰਨੀ, ਪਰ ਜੇ ਉਹ ਤੌਰ ਤਰੀਕੇ ਨਹੀਂ ਬਦਲਣਗੇ, ਆ ਹੁਣ ਜੀਓ ਦੇ ਕੱਟ ਬਿਜਲੀ ਬੰਦ ਕੀਤੀ ਕਿ ਨਹੀਂ, ਨੱਕ 'ਚ ਦਮ ਕੀਤਾ ਕਿ ਨਹੀਂ, ਮੈਂ ਬਿਲਕੁਲ ਇਸ ਗੱਲ ਦੇ ਹੱਕ 'ਚ ਹਾਂ ਕਿ ਸਾਰੇ ਦਾ ਸਾਰਾ ਅੰਦੋਲਨ ਸ਼ਾਂਤਮਈ ਰਹਿਣਾ ਚਾਹੀਦਾ। ਇਹੀ ਸਾਡੀ ਤਾਕਤ ਆ। ਇਕੱਠੇ ਰਹਿਣਾ ਚਾਹੀਦਾ, ਯੂਨਾਈਟਡ ਰਹਿਣਾ ਚਾਹੀਦਾ। ਉਹ ਬਹੁਤ ਜ਼ਰੂਰੀ ਆ। ਜਿੱਦਣ ਉਹ ਉਖੜ ਜਾਣਗੇ, ਸਾਰਾ ਸਾਡਾ ਕੰਮ ਚੌਪਟ ਹੋ ਜਾਊਗਾ। ਪਰ ਨਾਲ ਹੀ ਇਹ ਜਿਹੜੇ ਲੋਕਾਂ ਨੇ ਜਿਹੜੇ ਧਮਚੜਾ ਪਾਇਆ ਹੋਇਆ ਸੀ, ਠੱਗਾਂ ਨੇ ਤੇ ਇੱਥੇ ਦੇ ਚੋਰਾਂ ਨੇ ਤੇ ਹੋਰਨਾਂ ਡਾਕੂਆਂ ਨੇ, ਉਹ ਸਾਰਿਆਂ ਦੇ ਸਾਹ ਸੁੱਕੇ ਪਏ ਵੀ ਇਹ ਫੌਜਾਂ ਜਦੋਂ ਵਾਪਸ ਇਮਾਨਦਾਰ ਲੋਕ ਆ ਗਏ, ਇੰਨੇ ਵੱਡੇ ਉੱਥੋਂ ਡਿਗਰੀਆਂ ਲੈ ਕੇ, ਕਿਸਾਨ ਯੂਨੀਵਰਸਿਟੀ ਜਿਹੜੀ ਸਿੰਘੂ ਬਾਰਡਰ ਤੇ ਲੱਗੀ ਹੈ, ਫਿਰ ਸਾਡਾ ਜੀਵਨ ਇਹ ਖਰਾਬ ਕਰਨਗੇ। ਕਿਉਂਕਿ ਇਹਨਾਂ ਨੂੰ ਤੁਸੀਂ ਬਰਾਈਬ ਨਹੀਂ ਕਰ ਸਕੋਗੇ, ਫਿਰ ਇਹਨਾਂ ਨੂੰ ਧਮਕਾ ਨਹੀਂ ਸਕੋਗੇ। ਉਹ ਸਸ਼ਕਤ ਹੋ ਗਏ ਆ, ਉਹ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਤੇ ਐਵੇਂ ਦਬਾਏ ਹੋਏ ਸੀ, ਐਵੇਂ ਡਰੇ ਹੋਏ ਸੀ, ਅਸੀਂ ਤੇ ਤਕੜੇ ਹੀ ਬਹੁਤ ਆ, ਸਾਡੀ ਤੇ ਜੈ ਜੈਕਾਰ ਆ ਸਾਰੀ ਦੁਨੀਆ ਦੇ ਵਿੱਚ। ਉਸ ਜਿਹੜਾ ਜਿਨ੍ਹਾਂ ਨੇ ਹੁਣ ਉਹ ਪਾਵਰ ਨੂੰ, ਸੱਤਾ ਦਾ ਟੇਸਟ ਲੈ ਲਿਆ, ਉਹ ਹੁਣ ਇਹਨਾਂ ਨੂੰ ਸੂਤਰ ਕਰਨਗੇ। ਔਰ ਸਾਰੇ ਦੇਸ਼ ਦੇ ਅੰਦਰ ਤੁਸੀਂ ਦੇਖਿਓ ਇੱਕ ਅਸਲੀ ਜਮਹੂਰੀਅਤ, ਜਿੱਥੇ ਕਿ ਲੋਕ ਆਵਾਜ਼ ਦੀ ਰਿਸਪੈਕਟ ਹੋਵੇ ਤੇ ਲੋਕਤੰਤਰ ਜਿਹੜਾ ਇੱਕ ਲੋਕਾਂ ਦੇ ਹਿੱਤ ਵਿੱਚ ਸਾਰਾ ਚੱਲੇ, ਉਸ ਦੀ ਜਿਹੜੀ ਬੁਨਿਆਦ ਰੱਖੀ ਆ, ਉਹ ਸੋਚ ਤੇ ਉਹ ਸਾਰੀ ਮੂਵਮੈਂਟ ਹੁਣ ਵੱਡੇ ਪੱਧਰ ਤੇ ਫੈਲੂਗੀ। ਇਹ ਦੁਬਾਰਾ ਹੁਣ ਪਹਿਲੇ ਵਾਲੇ ਗੇੜ 'ਚ ਕਿ ਲੋਕਾਂ ਨੂੰ ਪਚੜਾ ਕੇ, ਲੋਕਾਂ ਨੂੰ ਡਰਾ ਕੇ, ਲੋਕਾਂ ਨੂੰ ਧਮਕਾ ਕੇ, ਲੋਕਾਂ ਨੂੰ ਲੋਭ 'ਚ ਲਿਆ ਕੇ ਤੁਸੀਂ ਰਾਜ ਕਰੋਗੇ, ਉਹ ਮੁਸ਼ਕਲ ਹੋਊਗਾ। ਕੁਛ ਦੇ ਕੇ ਲੋਕਾਂ ਦੇ ਵਿੱਚ ਖੜੇ ਹੋ ਕੇ, ਲੋਕਾਂ ਦੇ ਬਣ ਕੇ ਹੀ ਇੱਥੇ ਰਾਜਕਾਰ ਹੋਊਗਾ। ਤਾਂ ਹੀ ਮੈਂ ਕਹਿੰਦਾ ਕਿ ਇਹ ਦੇਸ਼ ਦੀ ਅਸਲ ਮਾਨਿਆਂ 'ਚ ਦੂਜੀ ਆਜ਼ਾਦੀ ਦੀ ਜੰਗ ਸ਼ੁਰੂ ਹੋਈ ਹੈ, ਜਿਹਦੇ ਵਿੱਚ ਗੁਰਬਤ ਤੋਂ ਆਜ਼ਾਦੀ, ਅਨਪੜ੍ਹਤਾ ਤੋਂ ਆਜ਼ਾਦੀ, ਚੰਗੇ ਸਿਹਤ ਲਈ ਚਾਹੀਦੀ ਹੈ ਜਿਹੜਾ ਉਹ ਲੋੜਾਂ ਪੂਰੀਆਂ ਹੋਣਗੀਆਂ, ਔਰ ਇਸ ਕਿਸਮ ਦੀ ਧੱਕੇਸ਼ਾਹੀ ਤੋਂ ਆਜ਼ਾਦੀ ਜਿਹੜੀ ਆ, ਔਰ ਗੁੰਡਾਗਰਦੀ ਤੋਂ ਆਜ਼ਾਦੀ ਜਿਹੜੀ ਉਹ ਮਿਲੂਗੀ। ਔਰ ਜਿਹੜੀ ਸਭ ਕਿਸਮ ਦੇ ਆ ਦਲਿਤਾਂ ਨਾਲ ਧੱਕਾ, ਔਰਤ ਨਾਲ ਧੱਕਾ, ਉਹਦੇ ਤੋਂ ਵੀ ਆਜ਼ਾਦੀ ਜਿਹੜੀ ਮਿਲੂਗੀ। ਇਹਦੀ ਸ਼ੁਰੂਆਤ ਹੁਣ ਹੋਈ ਹੈ, ਜਿਹੜੀ ਕਿ ਅੱਜ ਤੋਂ 72-73 ਸਾਲ ਪਹਿਲਾਂ ਹੋਣੀ ਚਾਹੀਦੀ ਸੀ। ਸੋ ਕਿਸਾਨ ਅੰਦੋਲਨ ਲੋਕ ਅੰਦੋਲਨ ਬਣ ਰਿਹਾ ਹੈ, ਬਣ ਚੁੱਕਾ।
ਬਣ ਚੁੱਕਾ, ਕੋਈ ਇਕੱਲਾ ਕਿਸਾਨ ਅੰਦੋਲਨ ਨਹੀਂ। ਹੁਣ ਦਾ ਤੁਹਾਡਾ ਕੀ ਖਿਆਲ ਆ? ਮੈਨੂੰ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਫੋਨ ਆਇਆ ਕਿਸੇ ਦਾ, ਕਹਿੰਦੇ ਜੀ ਉੱਥੇ ਕਿਸਾਨ ਥੋੜੇ ਬੋਰ ਹੋ ਰਹਿਣਗੇ। ਮੈਂ 4 ਪ੍ਰੋਜੈਕਟਰ ਜਿਹੜੇ ਆ ਲਏ ਆ, ਸਾਡੇ ਦੋਸਤ ਨੇ ਕਹਿੰਦਾ ਕਿ ਉਹਨਾਂ ਨੂੰ ਤੁਸੀਂ ਜਾਣਾ ਆ ਤੇ ਤੁਸੀਂ ਉਹਨਾਂ ਨੂੰ ਨਾਲ ਲੈ ਜਾਓ। ਤੇ ਉੱਥੇ ਉਹਨਾਂ ਨੇ ਨਾਂ ਲਿਆ ਕਿ ਕਿਹਨੂੰ 4 ਵੱਡੀਆਂ ਯੂਨੀਅਨਾਂ ਜਿਹੜੀਆਂ ਉੱਥੇ ਦੇ ਦੇਣ, ਉਹ ਜਾ ਕੇ ਫਿਰ ਸ਼ਾਮ ਨੂੰ ਚੰਗੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਜੀਵਨ 'ਚ ਹੋਰ ਸੁਧਾਰ ਲਿਆਉਣ। ਤੇ ਜਿੱਥੇ ਕਿਤਾਬਾਂ ਦਾ ਉੱਥੇ ਗਿਆਨ ਦਾ ਲੰਗਰ ਲੱਗਾ, ਉੱਥੇ ਚੰਗੀਆਂ ਫਿਲਮਾਂ ਦਾ ਲੰਗਰ ਵੀ ਲਾਓ ਜਾ ਕੇ। ਇਸ ਤਰੀਕੇ ਨਾਲ ਕੋਈ ਸੋਚਦਾ? ਤੁਹਾਨੂੰ 2 ਪੈਸਾ ਨਹੀਂ ਕੋਈ ਦੁਕਾਨਦਾਰ ਛੱਡਦਾ, ਉਹ ਦੁਕਾਨਾਂ ਦੀਆਂ ਦੁਕਾਨਾਂ ਲਟਾਉਣ ਲਈ ਤਿਆਰ। ਇਹਦਾ ਮਤਲਬ ਕਿ ਇਹ ਜਿਹੜੇ ਲੋਕ ਰਾਜ ਕਰਦੇ ਆ, ਇਹ ਉਹਨਾਂ ਨੂੰ ਇੰਨਾ ਦਬਾ ਕੇ ਰੱਖਦੇ ਆ, ਇੰਨਾ ਨਿਚੋੜ ਕੇ ਰੱਖਦੇ ਆ, ਇੰਨਾ ਲੁੱਟਦੇ ਆ, ਇੰਨਾ ਧਮਕਾ ਕੇ ਰੱਖਦੇ ਆ, ਔਰ ਸਮਾਜ ਨਾਲੋਂ ਸਾਰਿਆਂ ਨੂੰ ਅਲੱਗ ਥਲੱਗ ਕਰਕੇ ਰੱਖਦੇ ਆ, ਤੋੜ ਕੇ ਰੱਖਦੇ ਆ। ਤੇ ਕੱਲੇ ਨੂੰ ਜਦੋਂ ਅਲੱਗ ਥਲੱਗ ਹੋ ਜਾਂਦਾ, ਉਹਨੂੰ ਆਪਣੇ ਦਬਾਅ ਥੱਲੇ ਕਰਨਾ ਉਹਨਾਂ ਨੂੰ ਆਸਾਨ ਹੋ ਜਾਂਦਾ। ਕਦੀ ਈਡੀ ਪਿੱਛੇ ਲਾਤੀ, ਕਦੀ IB ਪਿੱਛੇ ਲਾਤੀ, ਕਦੀ ਕੋਈ ਹੋਰ CBI ਪਿੱਛੇ ਲਾਤੀ, ਹੈ ਨਾ। ਉਹਨਾਂ ਸਾਰਿਆਂ ਤੋਂ ਲੱਗਦਾ ਕਿ ਹੁਣ ਆਉਣ ਸਾਡੇ ਸਾਹਮਣੇ ਕੋਈ। ਇਹ ਜਿਹੜੀ ਸ਼ਕਤੀ ਪੈਦਾ ਹੋਈ ਆ, ਉਹਦੇ 'ਚ ਹਰ ਇਨਸਾਨ ਉਹਦੇ ਅੰਦਰ ਹੈਗਾ। ਉਹਦੇ 'ਚ ਛੋਟਾ ਟਰੇਡਰ, ਉਹਨੂੰ ਬਥੇਰਾ ਕੁੱਟ ਪਈ ਆ ਪਿੱਛੇ ਆ, ਜਿੰਨਾ ਟੈਕਸਾਂ ਦਾ GST ਤੇ ਹੋਰ ਨੋਟਬੰਦੀ 'ਚ ਸਾਰਾ ਤੇ ਉਹੀ ਮਰਿਆ। ਰੇਹੜੀ ਵਾਲਾ ਮਰਿਆ, ਚਾਹ ਵਾਲਾ ਮਰਿਆ। ਮੋਦੀ ਜੀ ਨੂੰ ਉਦੋਂ ਵੀ ਨਹੀਂ ਸਮਝ ਆਈ ਕਿ ਆ ਮੈਂ ਕੀ ਕੀਤਾ। ਹੁਣ ਇਸੇ ਤਰੀਕੇ ਨਾਲ ਜਿਹੜਾ ਕਿਸਾਨਾਂ ਵਾਲਾ, ਜ਼ਮੀਨਾਂ ਹਥਿਆਉਣ ਵਾਲਾ, ਇਹ ਤੇ ਅਤੀ ਹੋ ਚੁੱਕੀ ਆ। ਇਹ ਕਿਸੇ ਨੇ ਨਹੀਂ ਬਰਦਾਸ਼ਤ ਕਰਨਾ। ਅਜੇ ਉਹਨਾਂ ਨੂੰ ਸਮਝ ਨਹੀਂ ਬਾਕੀ ਦੇਸ਼ ਵਾਲਿਆਂ ਨੂੰ ਲੱਗੀ। ਸਾਡੇ ਥੋੜੇ ਪੜ੍ਹੇ ਲਿਖੇ ਕਿਸਾਨ ਹੋਣ ਕਰਕੇ ਜਲਦੀ ਸਮਝ ਲੱਗ ਗਈ ਆ, ਮੋਰਚਾਬੰਦੀ ਹੋ ਗਈ ਆ। ਹੁਣ ਉੱਥੇ ਜਿਹੜੀ ਇੱਕ ਲਗਾਤਾਰ ਸਿਗਨਲ 500 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਜਾਣਾ, ਉਹਨਾਂ ਨੇ ਫੈਸਲਾ ਕਰ ਲਿਆ। ਕੱਲ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ 70,000 ਲੋਕਾਂ ਤੱਕ ਉਹ ਪਹੁੰਚੇ, ਪੂਰੇ ਦੇਸ਼ ਦੇ ਵਿਦੇਸ਼ਾਂ 'ਚ ਵੀ ਪਹੁੰਚੇ ਆ। ਇਹ ਜਿਹੜਾ ਹੁਣ ਸਾਡੇ ਵਿਰੁੱਧ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਜਾਂ ਦੂਸਰਾ ਮੀਡੀਆ ਲੋਕਾਂ ਦੇ ਵਿਰੁੱਧ ਮੋਦੀ ਜੀ ਤੇ ਉਹਨਾਂ ਦੀ ਸਰਕਾਰ ਵਰਤ ਰਹੀ ਸੀ, ਜਿਹਨੂੰ ਗੋਦੀ ਮੀਡੀਆ ਕਹਿੰਦੇ ਸੀ। ਹੁਣ ਲੋਕ ਮੀਡੀਆ ਜਿਹੜਾ ਕਮਿਊਨੀਕੇਸ਼ਨ ਆ, ਉਹ ਵੀ ਉਸੇ ਤਰੀਕੇ ਨਾਲ ਪਾਵਰਫੁਲ ਢੰਗ ਨਾਲ ਅੱਗੇ ਛਲਾਂਗਾ ਮਾਰ ਕੇ ਆ ਰਿਹਾ। ਤੇ ਇਹਦੀ ਜੈ-ਜੈਕਾਰ ਤੇ ਬੱਲੇ-ਬੱਲੇ ਇਹ ਹੋਊਗੀ ਔਰ ਹੋ ਰਹੀ ਹੈ। ਇਹਨੂੰ ਕੋਈ, ਇਸ ਜਨਤਾ ਦੀ ਇਸ ਉਮੀਦਾਂ ਨੂੰ ਕੋਈ ਹਰਾ ਨਹੀਂ ਸਕਦਾ, ਕਿਉਂਕਿ ਇਹ ਸੱਚੀਆਂ ਆ, ਇਹ ਸੁੱਚੀਆਂ ਆ, ਇਹ ਮਾਨਵਵਾਦੀ ਹੈ। ਔਰ ਇਹ ਸਾਰਿਆਂ ਲਈ ਚੰਗਾ ਇੱਕ ਸਮਾਜ ਸਿਰਜਿਆ, ਜਿੱਥੇ ਹਰ ਇਨਸਾਨ ਦੀ ਇੱਜ਼ਤ ਮਾਣ, ਉਹਦਾ ਰੁਤਬਾ ਹੋਵੇ, ਸਭ ਨੂੰ ਇਨਸਾਫ ਮਿਲੇ। ਉਸ ਕਿਸਮ ਦੀ ਬੁਨਿਆਦ ਰੱਖਣ ਲਈ ਉੱਥੇ ਲੋਕ ਪਹੁੰਚੇ ਆ। ਤੇ ਇੱਥੇ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਵਾਕਿਆ ਹੀ, ਤੇ ਹਰਿਆਣੇ ਵਾਲੇ ਵੀ ਹੁਣ ਕਿਸੇ ਪਾਸਿਓਂ ਵੀ ਘੱਟ ਨਹੀਂ, UP ਵਾਲੇ, ਉੱਤਰਾਖੰਡ ਵਾਲੇ ਆ ਗਏ ਵਹੀਰਾਂ ਕੱਤ ਕੇ। ਇਹ ਮੈਂ ਚਾਹੁੰਦਾ ਕਿ ਸਾਰੇ ਦੇਸ਼ ਦੇ ਲੋਕ ਉੱਥੇ ਇਕੱਠੇ ਹੋ ਕੇ ਇਸ ਜਸ਼ਨ 'ਚ ਸ਼ਾਮਲ ਹੋਣ। ਔਰ ਇਸ ਜਿਹੜਾ ਸਾਰਾ ਉੱਥੇ ਜੱਗ ਲੱਗਾ ਹੋਇਆ, ਹਰ ਚੀਜ਼ ਦਾ ਜੱਗ ਆ, ਉਹਦੇ ਵਿੱਚ ਸ਼ਾਮਲ ਹੋ ਕੇ ਕੁਛ ਉੱਥੇ ਆਪਣਾ ਤਿਲ ਫੁੱਲ ਪਾਉਣ ਔਰ ਕੁਛ ਉੱਥੋਂ ਲੈ ਕੇ ਜਾਣ। ਇਸ ਤਰ੍ਹਾਂ ਤਾਂ ਕੀ ਤੁਹਾਨੂੰ ਮੇਰਾ ਆਖਰੀ ਸਵਾਲ ਹੈ ਜਾਂਦੇ ਜਾਂਦੇ, ਕਿ ਕੀ ਹੁਣ ਭਾਰਤ, ਜਿਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਸੀ, ਤੇ ਕੀ ਇਸ ਸੰਘਰਸ਼ ਵਿੱਚੋਂ, ਇਸ ਅੰਦੋਲਨ ਵਿੱਚੋਂ ਸੱਚਮੁੱਚ ਭਾਰਤ ਸਾਰੀ ਦੁਨੀਆ ਨੂੰ ਇਹ ਰੌਸ਼ਨੀ ਦੇਣ 'ਚ ਸਫਲ ਹੋਏਗਾ ਕਿ ਕਾਰਪੋਰੇਟਾਂ ਦੇ ਵਿਰੁੱਧ ਕਿਵੇਂ ਡਟਿਆ ਜਾ ਸਕਦਾ ਤੇ ਆਮ ਲੋਕਾਂ ਦੀ ਬਾਤ ਕਿਵੇਂ ਛੇੜੀ ਜਾ ਸਕਦੀ ਹੈ? ਦੇਖੋ, ਵਿਸ਼ਵ ਗੁਰੂ ਤੇ ਸ਼ੁਰੂ ਹੋ ਗਿਆ ਬਣਨਾ, ਉਹਦੀ ਅਨਾਉਂਸਮੈਂਟ ਹੋ ਗਈ ਹੈ। ਅੱਜ 30 ਤਰੀਕ ਨੂੰ ਸਾਰੇ ਦੇਸ਼ਾਂ 'ਚੋਂ ਜਿਹੜੇ ਸਾਡੇ ਇੰਡੀਅਨਸ ਜਾਂ NRI ਹੋਰ ਵੀ ਮੇਰਾ ਖਿਆਲ ਆਉਣਗੇ, ਉਹ ਆ ਕੇ ਉੱਥੇ ਸ਼ਾਮਲ ਹੋ ਰਹੇ ਆ। ਵਿਸ਼ਵ ਗੁਰੂ ਤੇ ਹੋ ਗਿਆ, ਪਰ ਮਾਈਨਸ ਮੋਦੀ, ਅਮਿਤ ਸ਼ਾਹ ਤੇ ਯੋਗੀ। ਤੁਸੀਂ ਬਹੁਤ ਵਧੀਆ ਢੰਗ ਨਾਲ ਅੰਦੋਲਨ ਬਾਰੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਜੋ ਕਿਸਾਨਾਂ ਨਾਲ ਵਰਚੁਅਲ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਕੁਝ ਪੈਸੇ ਦਿੱਤੇ ਗਏ ਨੇ, ਉਸ ਸਾਰੇ ਕਾਸੇ ਦਾ ਖੁਲਾਸਾ ਕੀਤਾ ਆ। ਤੇ ਤੁਸੀਂ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਲੋਕਾਂ ਦਾ ਅੰਦੋਲਨ ਬਣਿਆ ਤੇ ਇੱਥੋਂ ਕਿਵੇਂ ਨਵੀਂ ਜਾਗ ਲੱਗ ਰਹੀ ਹੈ, ਲੋਕਾਂ ਨੂੰ ਨਵੀਂ ਰੌਸ਼ਨੀ, ਨਵੀਂ ਚੇਤਨਾ ਪੈਦਾ ਹੋ ਰਹੀ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਅੱਗੇ ਤੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਤੇ ਜਾਰੀ ਰੱਖਦੇ ਹੀ ਆ ਰਹੇ ਹਾਂ ਤੇ ਅੱਗੇ ਵੀ ਰੱਖਾਂਗੇ। ਤੇ ਹਾਲ ਦੀ ਘੜੀ ਇਸ ਗੱਲਬਾਤ ਲਈ ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ TV ਦਾ, ਤੁਹਾਡੇ ਸਾਰੇ ਟੀਮ ਦਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।